ਸਾਡੇ ਘਰ ਵਿੱਚ ਇੱਕ ਰਿਵਾਜ਼ ਸੀ ਕਿ ਜਿਸ ਦਾ ਵਿਆਹ ਹੁੰਦਾ ਤਾਂ ਨਵੀਂ ਬਹੂ ਪਹਿਲੀ ਰਾਤ ਸਾਡੇ ਦਾਦਾ ਜੀ ਦੇ ਕਮਰੇ ਵਿੱਚ ਰਹਿੰਦੀ ਤੇ ਜਲਦੀ ਹੀ ਉਹ ਪ੍ਰੈਗਨੈਂਟ ਹੋ ਜਾਂਦੀ। ਪਰ ਮੈਂ ਇਸ ਰਿਵਾਜ਼ ਨੂੰ ਨਹੀਂ ਮੰਨਦਾ ਸੀ, ਇਸ ਲਈ ਮੈਂ ਆਪਣੀ ਪਤਨੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਨਹੀਂ ਜਾਣ ਦਿੱਤਾ। ਮੇਰੀ ਘਰਵਾਲੀ ਦੇ ਕੋਈ ਬੱਚਾ ਨਾ ਹੋਇਆ। ਫਿਰ ਇੱਕ ਦਿਨ ਮਜਬੂਰੀ ਵਿੱਚ ਮੈਂ ਆਪਣੀ ਘਰਵਾਲੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਭੇਜ ਦਿੱਤਾ ਤੇ ਮੈਂ ਲੁਕ ਗਿਆ। ਫਿਰ ਮੈਂ ਜੋ ਵੇਖਿਆ, ਮੇਰੇ ਰੌਂਗਟੇ ਖੜ੍ਹੇ ਹੋ ਗਏ। ਬਜ਼ੁਰਗ ਕਿਸੇ ਵੀ ਘਰ ਦੀ ਸ਼ਾਨ ਹੁੰਦੇ ਨੇ, ਪਰ ਜੇਕਰ ਘਰ ਦੇ ਬਜ਼ੁਰਗ ਹੀ ਗਲਤ ਰਸਤੇ 'ਤੇ ਪੈ ਜਾਣ ਫਿਰ ਉਸ ਖਾਨਦਾਨ ਦਾ ਕੀ ਹੋਊ। ਮੇਰੇ ਦਾਦਾ ਜੀ ਮੇਰੇ ਲਈ ਆਈਡੀਅਲ ਸਨ, ਪਰ ਉਦੋਂ ਤੱਕ ਜਦੋਂ ਤੱਕ ਮੈਂ ਉਹਨਾਂ ਦੀ ਅਸਲੀਅਤ ਨਹੀਂ ਸੀ ਜਾਣਦਾ। ਉਹ ਇਸ ਹੱਦ ਤੱਕ ਗਿਰੇ ਹੋਏ ਸਨ, ਮੈਨੂੰ ਨਹੀਂ ਸੀ ਪਤਾ। ਸਾਡਾ ਖਾਨਦਾਨ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਿੱਚ ਮਸ਼ਹੂਰ ਸੀ, ਪਰ ਘਰ ਦੀਆਂ ਨੂੰਹਾਂ ਨਾਲ ਇੱਦਾਂ ਦਾ ਸਲੂਕ ਹੁੰਦਾ ਸੀ, ਮੈਨੂੰ ਨਹੀਂ ਪਤਾ ਸੀ। ਮੈਨੂੰ ਇਹ ਸੀ ਕਿ ਮੈਂ ਇਸ ਨੂੰ ਰੋਕ ਦੇਵਾਂਗਾ, ਪਰ ਮੈਂ ਵੀ ਮਜਬੂਰ ਹੋ ਗਿਆ। ਸਾਡੀ ਫੈਮਿਲੀ ਜੁਆਇੰਟ ਫੈਮਿਲੀ ਸੀ, ਸਾਰੇ ਇਕੱਠੇ ਰਹਿੰਦੇ ਸੀ, ਕੋਈ ਲੜਾਈ ਨਹੀਂ ਸੀ ਹੁੰਦੀ। ਘਰ ਦੇ ਮਾਲਕ ਦਾਦਾ ਜੀ ਸੀ। ਉਹ ਸਭ ਨੂੰ ਪਿਆਰ ਕਰਦੇ ਸੀ, ਕਦੀ ਕਿਸੇ ਨੂੰ ਗੁੱਸੇ ਨਹੀਂ ਹੁੰਦੇ ਸੀ। ਪਰ ਸਾਡੇ ਖਾਨਦਾਨ ਦਾ ਇੱਕ ਰਿਵਾਜ਼ ਸੀ, ਜਿਸ ਦੀ ਵਜ੍ਹਾ ਨਾਲ ਆਪਣੀ ਕੁੜੀ ਦੇਣ ਨੂੰ ਕੋਈ ਤਿਆਰ ਨਹੀਂ ਸੀ ਹੁੰਦਾ। ਹੁਣ ਘਰ ਦੇ ਵੱਡੇ ਇਸ ਰਿਵਾਜ਼ ਨੂੰ ਤੋੜ ਰਹੇ ਸਨ। ਮੈਂ ਇਹ ਸਭ ਆਪਣੇ ਬਚਪਨ ਤੋਂ ਦੇਖਦਾ ਆ ਰਿਹਾ ਸੀ। ਮੈਨੂੰ ਕੋਈ ਸਮਝ ਨਹੀਂ ਸੀ। ਹੌਲੀ-ਹੌਲੀ ਮੈਂ ਵੱਡਾ ਹੋਇਆ ਤਾਂ ਮੈਨੂੰ ਪਤਾ ਲੱਗਾ ਕਿ ਘਰ ਵਿੱਚ ਜਿਹੜੀ ਵੀ ਨਵੀਂ ਬਹੂ ਆਉਂਦੀ ਹੈ, ਉਹ ਮੇਰੇ ਦਾਦਾ ਜੀ ਦੇ ਕਮਰੇ ਵਿੱਚ ਆਪਣੀ ਪਹਿਲੀ ਰਾਤ ਰਹਿੰਦੀ ਸੀ ਤੇ ਉਹ 1 ਮਹੀਨੇ ਵਿੱਚ ਪ੍ਰੈਗਨੈਂਟ ਹੋ ਜਾਂਦੀ ਸੀ। ਇਹ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ, ਜਿਸ ਨੂੰ ਵੀ ਪੁੱਛਦਾ ਕੋਈ ਵੀ ਇਸ ਬਾਰੇ ਨਾ ਦੱਸਦਾ। ਮੈਂ ਆਪਣੇ ਭਰਾਵਾਂ ਵਿੱਚ ਤੀਜੇ ਨੰਬਰ 'ਤੇ ਸੀ। ਮੇਰੇ ਦੋਨੋਂ ਭਰਾਵਾਂ ਨਾਲ ਇੱਦਾਂ ਹੀ ਹੋਇਆ ਸੀ। ਘਰ ਵਿੱਚ ਮੇਰੇ ਵਿਆਹ ਦੀ ਗੱਲ ਚੱਲ ਰਹੀ ਸੀ। ਮੈਂ ਸਾਫ਼ ਮਨਾ ਕਰ ਦਿੱਤਾ ਕਿ ਮੈਂ ਆਪਣੀ ਘਰਵਾਲੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਨਹੀਂ ਛੱਡਣਾ। ਮੈਂ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਿਆ। ਮੈਨੂੰ ਇਹ ਸੀ ਕਿ ਦਾਦਾ ਜੀ ਮੇਰੇ ਨਾਲ ਗੁੱਸੇ ਹੋ ਜਾਣਗੇ, ਪਰ ਇੱਦਾਂ ਦਾ ਕੁਝ ਨਹੀਂ ਹੋਇਆ। ਪਰ ਮੇਰੇ ਵਿਆਹ ਨੂੰ 2 ਸਾਲ ਹੋ ਗਏ ਸੀ, ਸਾਡੇ ਕੋਈ ਬੱਚਾ ਨਹੀਂ ਸੀ। ਮੇਰੇ ਭਰਾ ਮੈਨੂੰ ਕਹਿੰਦੇ ਕਿ ਤੂੰ ਗਲਤੀ ਕੀਤੀ ਹੈ, ਸਾਰੀ ਉਮਰ ਤਰਸੇਂਗਾ। ਕਿਉਂਕਿ ਮੈਂ ਡਾਕਟਰ ਨੂੰ ਦਿਖਾਇਆ, ਟੈਸਟ ਹੋਏ, ਕੋਈ ਨੁਕਸ ਨਹੀਂ ਸੀ। ਮੈਨੂੰ ਆਪਣੇ ਭਾਈਆਂ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਕਿ ਕਿਸ ਤਰ੍ਹਾਂ ਮੈਂ ਬੱਚੇ ਲਈ ਆਪਣੀ ਘਰਵਾਲੀ ਨੂੰ ਕਿਸੇ ਦੇ ਕਮਰੇ ਵਿੱਚ ਭੇਜ ਦੇਵਾਂ। ਮੇਰੀ ਘਰਵਾਲੀ ਨੂੰ ਵੀ ਇਹ ਰਿਵਾਜ਼ ਪਸੰਦ ਨਹੀਂ ਸੀ। ਉਹ ਹੁਣ ਗੁੰਮਸੁੰਮ ਰਹਿਣ ਲੱਗੀ। ਉਹਨੂੰ ਡਿਪਰੈਸ਼ਨ ਹੋ ਗਿਆ ਕਿਉਂਕਿ ਸਭ ਦੇ ਬੱਚੇ ਸੀ, ਪਰ ਸਾਡੇ ਨਹੀਂ ਸੀ, ਨਾ ਹੀ ਕੋਈ ਉਮੀਦ ਸੀ। ਇੱਕ ਦਿਨ ਮੇਰੀ ਘਰਵਾਲੀ ਕਹਿਣ ਲੱਗੀ, ਮੈਨੂੰ ਦਾਦਾ ਜੀ ਦੇ ਕਮਰੇ ਵਿੱਚ ਭੇਜ ਦੇਵੋ। ਮੈਂ ਇਸ ਨੂੰ ਗੁੱਸੇ ਹੋਣ ਲੱਗਾ, ਕੀ ਬੋਲ ਰਹੀ ਹੈ? ਉਸਨੇ ਕਿਹਾ, ਕਦੋਂ ਤੱਕ ਆਪਾਂ ਬੱਚੇ ਲਈ ਤਰਸਾਂਗੇ। ਇਸ ਤਰ੍ਹਾਂ ਦਿਨ ਬੀਤਦੇ ਗਏ। ਮੈਂ ਵੀ ਇਹੀ ਸੋਚਣ ਲੱਗਾ ਕਿ ਜਦੋਂ ਸਭ ਨੇ ਆਪਣੀ ਘਰਵਾਲੀ ਨੂੰ ਪਹਿਲੀ ਰਾਤ ਦਾਦਾ ਜੀ ਦੇ ਕਮਰੇ ਵਿੱਚ ਭੇਜ ਦਿੱਤਾ ਤਾਂ ਮੈਨੂੰ ਵੀ ਭੇਜ ਦੇਣਾ ਚਾਹੀਦਾ ਸੀ। ਫਿਰ ਮੈਂ ਆਪਣੇ ਦਾਦਾ ਜੀ ਕੋਲ ਗਿਆ ਤੇ ਕਿਹਾ ਕਿ ਕੱਲ੍ਹ ਮੈਂ ਆਪਣੀ ਘਰਵਾਲੀ ਨੂੰ ਤੁਹਾਡੇ ਕਮਰੇ ਵਿੱਚ ਰਾਤ ਨੂੰ ਭੇਜਾਂਗਾ। ਮੇਰੇ ਦਾਦਾ ਜੀ ਨੇ ਕਿਹਾ ਕਿ ਠੀਕ ਹੈ। ਮੈਂ ਸੋਚਿਆ ਕਿ ਮੈਂ ਜਲਦੀ ਹੀ ਕਮਰੇ ਵਿੱਚ ਲੁੱਕ ਕੇ ਬੈਠ ਜਾਊਂਗਾ, ਪਰ ਅਚਾਨਕ ਮੇਰੇ ਦੋਸਤ ਦਾ ਐਕਸੀਡੈਂਟ ਹੋ ਗਿਆ। ਮੈਨੂੰ ਉੱਥੇ ਜਾਣਾ ਪਿਆ। ਜਦੋਂ ਮੈਂ ਸਵੇਰੇ ਨੂੰ ਵਾਪਸ ਆਇਆ ਤਾਂ ਮੇਰੀ ਘਰਵਾਲੀ ਆਪਣੇ ਕਮਰੇ ਵਿੱਚ ਸੀ। ਮੈਂ ਪੁੱਛਿਆ ਕਿ ਰਾਤ ਕੀ ਹੋਇਆ। ਉਹ ਬੋਲੀ, ਮੈਨੂੰ ਕੁਝ ਯਾਦ ਨਹੀਂ, ਬਸ ਇੰਨਾ ਯਾਦ ਹੈ ਕਿ ਦਾਦਾ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਤਾਂ ਮੈਂ ਬੇਹੋਸ਼ ਹੋ ਗਈ ਤੇ ਜਦੋਂ ਅੱਖ ਖੁੱਲ੍ਹੀ ਤਾਂ ਦਾਦਾ ਜੀ ਦੇ ਬੈੱਡ 'ਤੇ ਸੀ। ਉਹ ਅਖਬਾਰ ਪੜ੍ਹ ਰਹੇ ਸੀ। ਇੱਕ ਅਜੀਬ ਜਿਹੀ ਖੁਸ਼ਬੂ ਆ ਰਹੀ ਸੀ। ਮੇਰੇ ਮਨ ਵਿੱਚ ਸੀ ਕਿ ਦਾਦਾ ਜੀ ਨੇ ਮੇਰੀ ਘਰਵਾਲੀ ਨੂੰ ਬੇਹੋਸ਼ ਕਿਉਂ ਕੀਤਾ। ਮੈਂ ਇਹ ਗੱਲ ਦਾਦਾ ਜੀ ਤੋਂ ਪੁੱਛੀ। ਉਹ ਕਹਿਣ ਲੱਗੇ ਕਿ ਵਕਤ ਆਉਣ 'ਤੇ ਸਭ ਪਤਾ ਚੱਲ ਜਾਏਗਾ। ਮੇਰੀ ਘਰਵਾਲੀ ਬਹੁਤ ਖੁਸ਼ ਸੀ। 1 ਮਹੀਨੇ ਬਾਅਦ ਉਹ ਪ੍ਰੈਗਨੈਂਟ ਹੋ ਗਈ। ਸਾਰੇ ਬਹੁਤ ਖੁਸ਼ ਸੀ, ਪਰ ਮੈਂ ਖੁਸ਼ ਨਾ ਹੋ ਪਾਇਆ। ਮੇਰੇ ਮਨ ਵਿੱਚ ਸ਼ੱਕ ਘਰ ਬਣ ਚੁੱਕਿਆ ਸੀ, ਪਰ ਮੈਂ ਆਪਣੀ ਘਰਵਾਲੀ ਨੂੰ ਖੁਸ਼ ਦੇਖ ਕੇ ਚੁੱਪ ਸੀ। ਉਹ ਬਹੁਤ ਖੁਸ਼ ਸੀ। ਮੇਰੇ ਲਈ ਉਹ ਸਮਾਂ ਬਹੁਤ ਮੁਸ਼ਕਲ ਸੀ। ਮੈਂ ਸੋਚਿਆ, ਜਿਸ ਦਿਨ ਬੱਚਾ ਹੋ ਗਿਆ ਮੈਂ ਉਸਦਾ ਤੇ ਆਪਣਾ DNA ਟੈਸਟ ਕਰਵਾਉਣਾ ਹੈ। ਇਹ ਕਿਸ ਦਾ ਬੱਚਾ ਹੈ, ਮੇਰਾ ਜਾਂ ਦਾਦਾ ਜੀ ਦਾ? ਉਹ ਦਿਨ ਵੀ ਆ ਗਿਆ। ਮੇਰੇ ਘਰ ਇੱਕ ਬੇਟੇ ਨੇ ਜਨਮ ਲਿਆ। ਸਾਰੇ ਬਹੁਤ ਖੁਸ਼ ਸੀ। ਦਾਦਾ ਜੀ ਵੀ ਬਹੁਤ ਖੁਸ਼ ਸੀ ਕਿਉਂਕਿ ਉਹ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਸੀ, ਇਸ ਲਈ ਮੇਰੇ ਬੱਚੇ ਦੀ ਖੁਸ਼ੀ ਵਿੱਚ ਖੁਸ਼ ਸੀ। ਪਰ ਮੈਨੂੰ ਤਾਂ ਸ਼ੱਕ ਸੀ। ਜਦੋਂ ਜਸ਼ਨ ਮਨਾ ਲਿਆ ਤਾਂ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਂ ਬੱਚੇ ਨੂੰ ਘੁਮਾਉਣ ਲਈ ਲੈ ਚੱਲਾਂ ਤੇ ਹਸਪਤਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਆਪਣਾ ਤੇ ਬੱਚੇ ਦਾ DNA ਟੈਸਟ ਕਰਵਾਇਆ।
ਘਰ ਆ ਗਿਆ। ਰਿਪੋਰਟ 3 ਦਿਨਾਂ ਵਿੱਚ ਆਉਣੀ ਸੀ। ਮੈਨੂੰ ਬਹੁਤ ਟੈਨਸ਼ਨ ਸੀ, ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਸੀ। ਕਦੀ ਸੋਚਦਾ ਜੋ ਹੋ ਗਿਆ ਸੋ ਹੋ ਗਿਆ, ਹੋਰ ਕਿਸੇ ਨੂੰ ਏਦਾਂ ਨਹੀਂ ਕੀਤਾ ਤਾਂ ਮੈਨੂੰ ਕੀ ਲੋੜ ਸੀ। ਮੈਂ ਆਪ ਹੀ ਤਾਂ ਆਪਣੀ ਘਰਵਾਲੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਭੇਜਿਆ ਸੀ, ਪਰ ਫਿਰ ਵੀ ਦਿਲ ਨਾ ਮੰਨਦਾ। ਅਖੀਰ 3 ਦਿਨਾਂ ਬਾਅਦ ਮੈਂ ਰਿਪੋਰਟ ਲੈਣ ਹਸਪਤਾਲ ਗਿਆ। ਮੈਂ ਰਿਪੋਰਟ ਲਿੱਤੀ। ਮੇਰੀ ਹਿੰਮਤ ਨਹੀਂ ਸੀ ਖੋਲ੍ਹ ਕੇ ਵੇਖਣ ਦੀ। ਮੈਂ ਰਿਪੋਰਟ ਲੈ ਕੇ ਘਰ ਆ ਗਿਆ ਤੇ ਉਸਨੂੰ ਆਪਣੇ ਆਫਿਸ ਦੀ ਟੇਬਲ 'ਤੇ ਰੱਖ ਦਿੱਤਾ। ਸੋਚਿਆ ਕਿ ਦਫ਼ਤਰ ਜਾ ਕੇ ਦੇਖੂੰਗਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ 2 ਦਿਨ ਦਾ ਕੰਮ ਵਿੱਚ ਇੰਨਾ ਰੁੱਝ ਗਿਆ ਕਿ ਮੈਨੂੰ ਰਿਪੋਰਟ ਯਾਦ ਹੀ ਨਾ ਰਹੀ, ਤੇ ਜਦੋਂ ਯਾਦ ਆਇਆ ਤਾਂ ਮੈਂ ਲੱਭ ਕੇ ਥੱਕ ਗਿਆ। ਪਤਾ ਨਹੀਂ ਕਿੱਥੇ ਗੁੰਮ ਹੋ ਗਈ। ਮੈਂ ਸੋਚਿਆ ਕਿ ਲੱਗਦਾ ਹੈ ਕਿ ਰੱਬ ਵੀ ਨਹੀਂ ਚਾਹੁੰਦਾ ਇਸ ਰਾਜ਼ ਤੋਂ ਪਰਦਾ ਉੱਠੇ। ਮੈਂ ਸਭ ਕੁਝ ਭੁਲਾ ਦਿੱਤਾ ਤੇ ਆਪਣੇ ਬੱਚੇ ਨੂੰ ਅਪਣਾਇਆ। 2 ਸਾਲ ਬਾਅਦ ਮੇਰੀ ਘਰਵਾਲੀ ਫਿਰ ਪ੍ਰੈਗਨੈਂਟ ਹੋ ਗਈ। ਮੈਨੂੰ ਫਿਰ ਉਹੀ ਗੱਲ ਦਿਮਾਗ ਵਿੱਚ ਘੁੰਮਣ ਲੱਗੀ ਕਿ ਮੇਰੀ ਘਰਵਾਲੀ ਨੇ ਕਿਤੇ ਮੇਰੇ ਨਾਲ ਧੋਖਾ ਤਾਂ ਨਹੀਂ ਕੀਤਾ। ਪਰ ਉਹ ਬਹੁਤ ਚੰਗੀ ਸੀ, ਮੈਨੂੰ ਬਿਨਾਂ ਪਿੱਛੇ ਕੁਝ ਵੀ ਨਹੀਂ ਸੀ ਕਰਦੀ। ਮੇਰਾ ਵੱਡਾ ਬੇਟਾ ਹੁਣ ਵੱਡਾ ਹੋ ਗਿਆ ਸੀ ਤੇ ਮੈਂ ਉਸਨੂੰ ਨਾਲ ਲੈ ਕੇ ਹਸਪਤਾਲ ਗਿਆ ਤੇ ਫਿਰ ਟੈਸਟ ਕਰਵਾਇਆ, ਤੇ ਇਸ ਵਾਰੀ ਇਹ ਟੈਸਟ ਮੈਂ ਐਮਰਜੈਂਸੀ ਵਿੱਚ ਕਰਵਾਇਆ। ਰਿਪੋਰਟ ਨਾਲ ਹੀ ਮਿਲ ਗਈ। ਮੈਂ ਉੱਥੇ ਹੀ ਖੜ੍ਹੇ ਹੋ ਕੇ ਰਿਪੋਰਟ ਪੜ੍ਹੀ, ਜੋ ਕਿ ਪੋਜ਼ੀਟਿਵ ਸੀ। ਮਤਲਬ ਇਹ ਬੱਚਾ ਮੇਰਾ ਹੀ ਸੀ। ਫਿਰ ਮੈਂ ਸੋਚਿਆ ਕਿ ਮੇਰੇ ਭਰਾਵਾਂ ਦੇ ਵੀ 2-2 ਬੱਚੇ ਹਨ ਤੇ ਉਹਨਾਂ ਦੀਆਂ ਘਰਵਾਲੀਆਂ ਇੱਕ ਵਾਰ ਹੀ ਦਾਦਾ ਜੀ ਦੇ ਕਮਰੇ ਵਿੱਚ ਗਈਆਂ ਸੀ। ਪਰ ਮੇਰੇ ਦਿਲ ਵਿੱਚ ਇੱਕ ਸਵਾਲ ਸੀ ਕਿ ਜੇਕਰ ਇਹ ਸਭ ਸੱਚ ਹੈ ਤਾਂ ਦਾਦਾ ਜੀ ਦੇ ਕਮਰੇ ਵਿੱਚ ਪਹਿਲੀ ਰਾਤ ਨਵੀਂ ਦੁਲਹਨ ਦਾ ਜਾਣਾ ਕਿਉਂ ਜ਼ਰੂਰੀ ਹੈ। ਮੇਰੇ ਛੋਟੇ ਭਰਾ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਉਸ ਨਾਲ ਵੀ ਉਹੀ ਹੋਣਾ ਸੀ ਜੋ ਬਾਕੀਆਂ ਨਾਲ ਹੋਇਆ ਸੀ, ਜੋ ਮੈਂ ਨਹੀਂ ਚਾਹੁੰਦਾ ਸੀ। ਜੇਕਰ ਮੈਂ ਦਾਦਾ ਜੀ ਨੂੰ ਕੋਈ ਸਵਾਲ ਪੁੱਛਦਾ ਤਾਂ ਉਹ ਕਹਿੰਦੇ ਮੁਸ਼ਕਲ ਵਕਤ ਗੁਜ਼ਰ ਗਿਆ ਹੈ। ਪਰ ਮੇਰੇ ਲਈ ਜਾਣਨਾ ਜ਼ਰੂਰੀ ਸੀ ਕਿ ਆਖਿਰ ਦਾਦਾ ਜੀ ਦੇ ਕਮਰੇ ਵਿੱਚ ਆਖਿਰ ਨਵੀਂ ਦੁਲਹਨ ਨਾਲ ਕੀ ਹੁੰਦਾ ਸੀ। ਮੇਰੇ ਛੋਟੇ ਭਰਾ ਦਾ ਵਿਆਹ ਹੋ ਗਿਆ ਤੇ ਉਸ ਰਾਤ ਮੈਂ ਕਿਸੇ ਵੀ ਤਰ੍ਹਾਂ ਦਾਦਾ ਜੀ ਦੇ ਕਮਰੇ ਵਿੱਚ ਰਹਿਣਾ ਚਾਹੁੰਦਾ ਸੀ। ਜਦੋਂ ਸਾਰਾ ਪਰਿਵਾਰ ਤਾਂ ਮੈਂ ਬਹਾਨਾ ਲਾਇਆ ਕਿ ਮੇਰੇ ਦੋਸਤ ਦਾ ਐਕਸੀਡੈਂਟ ਹੋ ਗਿਆ, ਮੈਂ ਉੱਥੇ ਜਾਣਾ ਹੈ, ਕਹਿ ਕੇ ਬਾਹਰ ਨਿਕਲ ਗਿਆ। ਸਭ ਨੂੰ ਲੱਗਾ ਕਿ ਮੈਂ ਚਲਾ ਗਿਆ। ਮੈਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਦਾਦਾ ਜੀ ਦੇ ਕਮਰੇ ਵਿੱਚ ਲੁਕ ਗਿਆ ਤੇ ਇੰਤਜ਼ਾਰ ਕਰਨ ਲੱਗਾ। ਦਾਦਾ ਜੀ ਕਮਰੇ ਵਿੱਚ ਨਹੀਂ ਸੀ, ਪਰ ਥੋੜ੍ਹੀ ਦੇਰ ਬਾਅਦ ਉਹ ਕਮਰੇ ਵਿੱਚ ਆ ਗਏ, ਪਰ ਨਵੀਂ ਦੁਲਹਨ ਨਹੀਂ ਸੀ ਆਈ। ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਬਾਹਰੋਂ ਬਹਿਸ ਦੀ ਆਵਾਜ਼ ਆਉਣ ਲੱਗੀ, ਜੋ ਹਰ ਵਾਰ ਆਉਂਦੀ ਸੀ, ਕਿਉਂਕਿ ਕੋਈ ਵੀ ਦੁਲਹਨ ਕਿਸੇ ਦੂਸਰੇ ਦੇ ਕਮਰੇ ਵਿੱਚ ਪਹਿਲੀ ਰਾਤ ਨੂੰ ਕਿਉਂ ਜਾਵੇ। ਪਰ ਕੁਝ ਦੇਰ ਬਾਅਦ ਨਵੀਂ ਨਵੇਲੀ ਦੁਲਹਨ ਦਾਦਾ ਜੀ ਦੇ ਕਮਰੇ ਵਿੱਚ ਆਈ। ਦਾਦਾ ਜੀ ਬਾਥਰੂਮ ਵਿੱਚ ਗਏ ਤੇ ਵਾਪਸ ਆ ਕੇ ਆਪਣਾ ਹੱਥ ਉਸਦੇ ਸਿਰ 'ਤੇ ਰੱਖਿਆ ਤੇ ਕਿਹਾ ਕਿ ਡਰ ਨਾ ਬੇਟਾ, ਕੁਝ ਨਹੀਂ ਹੋਣਾ। ਫਿਰ ਉਹਨਾਂ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਇੱਕ ਰੁਮਾਲ ਕੱਢਿਆ ਤੇ ਦੁਲਹਨ ਨੂੰ ਸੰਘਾ ਦਿੱਤਾ ਤੇ ਉਹ ਬੇਹੋਸ਼ ਹੋ ਗਈ। ਫਿਰ ਦਾਦਾ ਜੀ ਨੇ ਉਸਨੂੰ ਬੈੱਡ 'ਤੇ ਪਾ ਕੇ ਉੱਪਰ ਕੰਬਲ ਦਿੱਤਾ। ਇੱਥੋਂ ਤੱਕ ਤਾਂ ਮੈਨੂੰ ਪਤਾ ਸੀ, ਪਰ ਇਸ ਤੋਂ ਬਾਅਦ ਦਾਦਾ ਜੀ ਕੀ ਕਰਦੇ, ਇਹ ਪਤਾ ਕਰਨਾ ਸੀ। ਫਿਰ ਮੈਂ ਜੋ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਸਾਰੀ ਰਾਤ ਬਹੁਤ ਔਖੀ ਕੱਢੀ। ਜਦੋਂ ਦਾਦਾ ਜੀ ਦੀ ਅੱਖ ਲੱਗੀ ਤਾਂ ਮੈਂ ਖਿੜਕੀ ਦੇ ਰਸਤੇ ਬਾਹਰ ਆ ਗਿਆ, ਪਰ ਇਹੀ ਸੋਚਦਾ ਰਿਹਾ ਕਿ ਆਖਿਰ ਦਾਦਾ ਜੀ ਨੂੰ ਕੀ ਲੋੜ ਸੀ ਇਹ ਸਭ ਕਰਨ ਦੀ। ਹੁਣ 2 ਮਹੀਨੇ ਹੋ ਗਏ ਪਰ ਨਵੀਂ ਬਹੂ ਪ੍ਰੈਗਨੈਂਟ ਨਹੀਂ ਹੋਈ। ਸਭ ਹੈਰਾਨ ਹੋ ਗਏ। ਦਾਦਾ ਜੀ ਨੇ ਕਿਹਾ ਕਿ ਮੇਰੇ ਤੋਂ ਬਿਨਾਂ ਇਹ ਰਾਜ਼ ਕੌਣ ਜਾਣਦਾ ਹੈ। ਸਭ ਚੁੱਪ ਸੀ, ਪਰ ਮੈਂ ਕੁਝ ਬੋਲਿਆ ਨਹੀਂ। ਦਾਦਾ ਜੀ ਕਹਿ ਰਹੇ ਸੀ ਕਿ ਇਸ ਲਈ ਬੱਚੀ ਗਰਭਵਤੀ ਨਹੀਂ ਹੋਈ ਕਿਉਂਕਿ ਇਹ ਰਾਜ਼ ਕੋਈ ਹੋਰ ਜਾਣ ਗਿਆ ਹੈ। ਮੈਂ ਹੈਰਾਨ ਸੀ ਕਿ ਦਾਦਾ ਜੀ ਨੂੰ ਕਿੱਦਾਂ ਪਤਾ ਕਿ ਇਹ ਰਾਜ਼ ਕੋਈ ਜਾਣ ਗਿਆ ਹੈ। ਕੁਝ ਦਿਨ ਬਾਅਦ ਦਾਦਾ ਜੀ ਬਿਮਾਰ ਰਹਿਣ ਲੱਗੇ ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸਮਾਂ ਘੱਟ ਹੈ, ਮੈਨੂੰ ਦੱਸ ਦੇਵੋ ਕਿ ਇਹ ਰਾਜ਼ ਮੇਰੇ ਸਿਵਾ ਕੌਣ ਜਾਣਦਾ ਹੈ। ਮੈਂ ਕਿਹਾ ਕਿ ਮੈਂ ਜਾਣਦਾ ਹਾਂ। ਦਾਦਾ ਜੀ ਨੇ ਸਭ ਨੂੰ ਬਾਹਰ ਭੇਜ ਦਿੱਤਾ। ਮੈਂ ਦਰਵਾਜ਼ਾ ਬੰਦ ਕਰ ਲਿਆ। ਦਾਦਾ ਜੀ ਨੇ ਪੁੱਛਿਆ ਕਿ ਤੂੰ ਕਿੱਦਾਂ ਜਾਣਦਾ ਹੈ। ਮੈਂ ਸਾਰੀ ਗੱਲ ਦੱਸ ਦਿੱਤੀ। ਫਿਰ ਮੈਂ ਪੁੱਛਿਆ ਕਿ ਤੁਹਾਨੂੰ ਇਹ ਕਰਨ ਦੀ ਕੀ ਲੋੜ ਸੀ। ਫਿਰ ਦਾਦਾ ਜੀ ਨੇ ਦੱਸਿਆ ਕਿ ਪਹਿਲਾਂ ਦੇ ਸਮੇਂ ਵਿੱਚ ਲੋਕ ਜਾਦੂ ਟੋਣਾ ਕਰਦੇ ਸੀ। ਇੱਕ ਵਾਰ ਇੱਕ ਨਵੀਂ ਨਵੇਲੀ ਦੁਲਹਨ 'ਤੇ ਜਾਦੂ ਕੀਤਾ ਹੋਇਆ ਸੀ। ਉਸ ਦੀ ਕੁੱਖ ਬੰਨੀ ਸੀ। ਉਸ 'ਤੇ ਕੋਈ ਬੱਚਾ ਨਹੀਂ ਹੋਇਆ ਸੀ। ਫਿਰ ਇੱਕ ਸੰਤ ਆਏ। ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਘਰ ਦਾ ਵੱਡਾ ਬਜ਼ੁਰਗ ਹੀ ਇਹ ਮੰਤਰ ਪੜ੍ਹੇਗਾ ਤੇ ਪਹਿਲੀ ਰਾਤ ਨੂੰ ਆਪਣੇ ਕਮਰੇ ਵਿੱਚ ਦੁਲਹਨ ਨੂੰ ਰੱਖੇਗਾ ਤੇ ਇਹ ਕੰਮ 7 ਪੀੜ੍ਹੀਆਂ ਤੱਕ ਕਰਨਾ ਸੀ। ਦਾਦਾ ਜੀ ਨੇ ਕਿਹਾ ਤੇ ਪਿਛਲੀਆਂ ਕੁਝ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ। ਤੁਹਾਡੀ ਪੀੜ੍ਹੀ ਆਖਰੀ ਸੀ। ਹੁਣ ਇਸ ਤੋਂ ਬਾਅਦ ਤੁਹਾਨੂੰ ਇਹ ਨਹੀਂ ਕਰਨਾ ਪੈਣਾ ਤੇ ਜਦੋਂ ਮੈਂ ਇਸ ਦੁਨੀਆ ਤੋਂ ਚਲੇ ਗਿਆ ਤਾਂ ਤੂੰ ਸਭ ਨੂੰ ਦੱਸ ਦੇਈਂ, ਕਿਉਂਕਿ ਮੈਂ ਜਾਣਦਾ ਹਾਂ ਕਿ ਸਭ ਦੇ ਦਿਲ ਵਿੱਚ ਮੇਰੇ ਲਈ ਕੁਝ ਨਾ ਕੁਝ ਗਲਤ ਹੈ,
ਕਿ ਮੈਂ ਕੁਝ ਨਵੀਂ ਨਵੇਲੀ ਦੁਲਹਨ ਨਾਲ ਗਲਤ ਕਰਦਾ ਹਾਂ, ਪਰ ਮੈਂ ਕਦੀ ਕਿਸੇ ਨੂੰ ਹੱਥ ਨਹੀਂ ਲਾਇਆ। ਇਹ ਸਭ ਮੇਰੇ ਘਰ ਦੀ ਇੱਜ਼ਤ ਨੇ। ਮੈਂ ਆਪਣੇ ਦਾਦਾ ਜੀ ਨੂੰ ਵਾਅਦਾ ਕੀਤਾ ਕਿ ਤੁਹਾਡੇ ਜਾਣ ਤੋਂ ਬਾਅਦ ਮੈਂ ਇਹ ਰਾਜ਼ ਸਭ ਨੂੰ ਦੱਸ ਦੇਵਾਂਗਾ। ਦਾਦਾ ਜੀ ਇਸ ਦੁਨੀਆ ਤੋਂ ਚਲੇ ਗਏ। ਅਗਲੇ ਦਿਨ ਮੈਂ ਸਭ ਨੂੰ ਇਕੱਠੇ ਕੀਤਾ ਤੇ ਦਾਦਾ ਜੀ ਦੇ ਕਹੇ ਅਨੁਸਾਰ ਸਭ ਕੁਝ ਦੱਸ ਦਿੱਤਾ। ਸਭ ਦੇ ਦਿਲ ਵਿੱਚੋਂ ਸ਼ੱਕ ਖਤਮ ਹੋ ਗਿਆ ਅਤੇ ਅਸੀਂ ਦਾਦਾ ਜੀ ਦੇ ਕਮਰੇ ਵਿੱਚੋਂ ਜੜੀਆਂ ਬੂਟੀਆਂ ਕੱਢ ਕੇ ਚਲਦੇ ਪਾਣੀ ਵਿੱਚ ਬਹਾ ਦਿੱਤੀਆਂ ਤੇ ਇਸ ਤਰ੍ਹਾਂ ਸਾਡੀਆਂ 7 ਨਸਲਾਂ ਤੋਂ ਜਾਦੂ ਟਲ ਗਿਆ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਚੰਗੀ ਲੱਗੀ, ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ ਜੀ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।